ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰਿਓ, ਜ਼ਿੰਦਗੀ ਸਾਡੀ ਕੀ ਹੈ? ਜ਼ਿੰਦਗੀ ਇੱਕ ਲਕੀਰ ਦੀ ਨਿਆਈ ਹੈ। ਜਿਵੇਂ ਇੱਕ ਲਕੀਰ ਖਿੱਚੀ ਹੋਵੇ, ਇਸੇ ਤਰ੍ਹਾਂ ਹੀ ਪਿਆਰਿਓ ਧੰਨ ਗੁਰੂ ਹਰਗੋਬਿੰਦ ਮਹਾਰਾਜ ਮੀਰੀ ਪੀਰੀ ਦੇ ਮਾਲਕ, ਜਿਨ੍ਹਾਂ ਦੇ ਸਾਹਿਬਜ਼ਾਦੇ ਬਾਬਾ ਅਟਲ ਰਾਏ ਜੀ। ਪਿਆਰਿਓ, ਬਾਬਾ ਅਟਲ ਰਾਏ ਜੀ ਬੜੀਆਂ ਹੀ ਅਜ਼ਮਤਾਂ ਦੇ ਮਾਲਕ ਸਨ। ਛੋਟੇ ਹੁੰਦਿਆਂ ਤੋਂ ਹੀ ਉਹ ਜੋ ਗੱਲ ਵੀ ਮੁਖ ਤੋਂ ਕਿਹਾ ਕਰਦੇ ਸਨ, ਉਹ ਪੂਰੀ ਹੋ ਜਾਇਆ ਕਰਦੀ ਸੀ। ਇੱਕ ਵਾਰੀ ਦੀ ਵਾਰਤਾ ਆਉਂਦੀ ਹੈ ਕਿ ਬਾਬਾ ਅਟਲ ਜੀ ਪਿਆਰਿਓ ਹਾਣੀਆਂ ਦੇ ਨਾਲ ਖੇਡ ਰਹੇ ਸਨ। ਹਾਣੀਆਂ ਦੇ ਨਾਲ ਖੇਡਦਿਆਂ ਨਾਲ ਉਹਨਾਂ ਦੇ ਜ਼ਿਕਰ ਆਉਂਦਾ ਹੈ ਕਿ ਇੱਕ ਬੱਚਾ ਜਿਸ ਦਾ ਨਾਮ ਮੋਹਨ ਦੇ ਨਾਮ ਕਰਕੇ ਸੀ, ਜਿਸ ਦਾ ਨਾਮ ਮੋਹਨ ਸੀ। ਪਿਆਰਿਓ, ਖੇਡਦਿਆਂ ਲੁਕਣ ਮਿਚੀ ਜਿਵੇਂ ਬੱਚੇ ਖੇਡਦੇ ਨੇ, ਇਸ ਤਰ੍ਹਾਂ ਖੇਡ ਰਹੇ ਸਨ। ਖੇਡਦਿਆਂ ਰਾਤ ਪੈ ਗਈ ਤੇ ਮੇਚੀ ਵਾਰੀ ਜਿਹੜੀ ਸੀ ਉਹ ਮੋਹਨ ਦੀ ਆ ਗਈ। ਮੋਹਨ ਦੀ ਵਾਰੀ ਜਿਸ ਵੇਲੇ ਆਈ ਤੇ ਉਸ ਵੇਲੇ ਬਾਬਾ ਅਟਲ ਜੀ ਰਾਏ ਆਖਣ ਲੱਗੇ, ਇਹ ਸਵੇਰੇ ਤੁਸੀਂ ਇਹ ਆਪਣੀ ਵਾਰੀ ਦੇਣੀ ਹੈ। ਸਵੇਰ ਨੂੰ ਤੁਹਾਡੀ ਵਾਰੀ ਆਵੇਗੀ, ਇਹ ਵਾਰੀ ਤੁਸੀਂ ਭੁਗਤਾਨ ਕਰਨੀ ਹੈ। ਪਿਆਰਿਓ, ਜਦੋਂ ਦੂਸਰਾ ਦਿਨ ਹੋਇਆ ਤੇ ਸਾਰੇ ਹਾਣੀ ਜਿਤਨੇ ਵੀ ਖੇਡਣ ਵਾਲੇ ਸਨ ਬਾਬਾ ਅਟਲ ਰਾਏ ਦੇ ਨਾਲ, ਸਾਰੇ ਆ ਪਹੁੰਚੇ ਤੇ ਹੁਣ ਮੋਹਨ ਨਾ ਆਇਆ। ਬੱਚਿਆਂ ਨੂੰ ਬਾਬਾ ਅਟਲ ਰਾਏ ਜੀ ਨੇ ਪੁੱਛਿਆ, ਆਖਣ ਲੱਗੇ ਕਿ ਮੋਹਨ ਕਿੱਥੇ ਹੈ? ਕਹਿੰਦੇ ਜੀ ਉਹਨਾਂ ਨੂੰ ਤਾਂ ਉਹਨਾਂ ਦੇ ਘਰ ਦੇ ਵਿੱਚ ਤੇ ਰੋਣਾ ਧੋਣਾ ਪਿਆ ਹੋਇਆ, ਮੋਹਨ ਅਕਾਲ ਚਲਾਣਾ ਕਰ ਗਿਆ ਹੈ, ਮੋਹਨ ਦੀ ਮੌਤ ਹੋ ਗਈ ਹੈ। ਬਾਬਾ ਅਟਲ ਜੀਆਂ ਦੇ ਕੋਲ ਪਿਆਰਿਓ ਕਹਿੰਦੇ ਹੱਥ ਵਿੱਚ ਛੜੀ ਫੜੀ ਹੋਈ ਸੀ, ਖੂੰਡੀ ਫੜੀ ਹੋਈ ਸੀ, ਤੇ ਉਹ ਲੈ ਕੇ ਉਹਨਾਂ ਦੇ ਘਰ ਦੇ ਵਿੱਚ ਗਏ। ਠੀਕ ਪਿਆਰਿਓ, ਮੋਹਨ ਦਾ ਪਰਿਵਾਰ ਜਿਹੜਾ ਸੀ, ਉਹਦੇ ਮਾਈ ਬਾਪ ਸਾਰੇ ਭੈਣ ਭਰਾ ਰੋ ਰਹੇ ਸਨ ਤੇ ਨਾਲ ਬਾਬਾ ਅਟਲ ਜੀ ਨੂੰ ਇਹ ਕਹਿ ਰਹੇ ਸਨ ਕਿ ਤੁਹਾਡੇ ਵਿੱਚ ਬੜੀਆਂ ਅਜ਼ਮਤਾਂ ਹਨ, ਤੁਸੀਂ ਬੜੀਆਂ ਅਜ਼ਮਤਾਂ ਦੇ ਮਾਲਕ ਹੋ, ਇਹ ਵੀ ਗੱਲ ਕਹਿ ਰਹੇ ਸਨ। ਤੇ ਬਾਬਾ ਅਟਲ ਜੀ ਨੇ ਉਸ ਵੇਲੇ ਮੋਹਨ ਨੂੰ ਇਹ ਗੱਲ ਆਖੀ, ਪਿਆਰਿਓ ਪੁਕਾਰ ਕਰਕੇ, ਇਸ ਦੇ ਉੱਤੇ ਤਾਂ ਵਾਰੀ ਸੀ, ਇਸ ਨੇ ਸਾਡੀ ਵਾਰੀ ਦੇਣੀ ਸੀ, ਇਹ ਕਿਵੇਂ ਚਲਿਆ ਗਿਆ? ਸਾਰੇ ਕਹਿੰਦੇ ਜੀ ਸੱਪ ਨੇ ਡੰਗ ਮਾਰਿਆ ਤੇ ਇਸ ਦੀ ਮ੍ਰਿਤੂ ਹੋ ਗਈ ਹੈ, ਇਹ ਹੁਣ ਮਰ ਗਿਆ, ਇਹ ਖਤਮ ਹੋ ਗਿਆ। ਉਸ ਵੇਲੇ ਬਾਬਾ ਅਟਲ ਜੀ ਨੇ ਪਿਆਰਿਓ ਆਪਣੀ ਛੜੀ ਦੇ ਨਾਲ ਉਸ ਨੂੰ ਉਠਾਇਆ ਤੇ ਉੱਠ ਕੇ ਆਖਿਆ ਕਿ ਉੱਠ ਕੇ ਸਾਡੀ ਮੇਚੀ ਦੇਵੋ, ਉੱਠ ਕੇ ਆਪਣੀ ਵਾਰੀ ਦੇਵੋ। ਉਹ ਉੱਠ ਕੇ ਪਿਆਰਿਓ ਖੜਾ ਹੋ ਗਿਆ, ਜਿਵੇਂ ਕੋਈ ਸੁੱਤਾ ਹੋਇਆ ਹੋਏ ਤੇ ਉੱਠ ਪੈਂਦਾ ਹੈ। ਇਸ ਵੇਲੇ ਬਾਬਾ ਅਟਲ ਰਾਏ ਜੀ ਨੇ ਆਵਾਜ਼ ਜਿਸ ਵੇਲੇ ਮਾਰੀ ਤੇ ਉੱਠ ਕੇ ਉਹ ਖੜਾ ਹੋ ਗਿਆ। ਪਿਆਰਿਓ, ਇਹ ਇਤਨੀ ਚਰਚਾ ਹੋਈ ਪੂਰੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ, ਲਾਗੇ ਸ਼ਾਗੇ ਵੀ ਪਿਆਰਿਓ ਇਹ ਗੱਲ ਜਿਸ ਤਰ੍ਹਾਂ ਪ੍ਰਗਟ ਹੋਈ ਕਿ ਬਾਬਾ ਅਟਲ ਜੀ ਨੇ ਵੇਖੋ ਮੋਹਨ ਨੂੰ ਮਰੇ ਹੋਏ ਨੂੰ ਜੀਵਤ ਕਰ ਦਿੱਤਾ। ਜਿਸ ਨੂੰ ਸੱਪ ਲੜ ਗਿਆ ਸੀ, ਉਹ ਮੌਤ ਦੇ ਮੂੰਹ ਦੇ ਵਿੱਚੋਂ ਕਹਿੰਦੇ ਵੇਖੋ ਬਚਾ ਲਿਆ, ਮਰੇ ਹੋਏ ਨੂੰ ਬਚਾ ਲਿਆ ਮਾਨੋ। ਹੁਣ ਇਹ ਗੱਲ ਜਿਸ ਵੇਲੇ ਪ੍ਰਗਟ ਹੋ ਗਈ ਸਾਰੇ, ਤੇ ਇਹ ਗੱਲ ਦਾ ਗੁਰੂ ਹਰਗੋਬਿੰਦ ਮਹਾਰਾਜ ਜੀ ਮੀਰੀ ਪੀਰੀ ਦੇ ਮਾਲਕ, ਉਹਨਾਂ ਨੂੰ ਜਿਸ ਵੇਲੇ ਪਤਾ ਲੱਗਾ ਤੇ ਉਹਨਾਂ ਨੇ ਮਨ ਦੇ ਵਿੱਚ ਸੰਗਤਾਂ ਦੇ ਤੇ ਖੁਸ਼ੀ ਸੀ ਕਿ ਵੇਖੋ ਬਾਬਾ ਅਟਲ ਰਾਏ ਜੀ ਨੇ ਕਿੱਡਾ ਵੱਡਾ ਕੌਤਕ ਕੀਤਾ ਹੈ ਕਿ ਮੋਹਨ ਨੂੰ ਮਰੇ ਹੋਏ ਨੂੰ ਜੀਵਤ ਕਰ ਦਿੱਤਾ। ਪਰ ਇਹ ਗੱਲ ਸਤਿਗੁਰਾਂ ਨੂੰ ਚੰਗੀ ਨਾ ਲੱਗੀ। ਦੀਨ ਦੁਨੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀ ਮੀਰੀ ਪੀਰੀ ਦੇ ਮਾਲਕ, ਛਟਮ ਪੀਰ ਬੈਠਾ ਗੁਰੂ ਭਾਰੀ, ਭਾਈ ਗੁਰਦਾਸ ਜੀ ਦੇ ਮਹਾਵਾਕ ਅਨੁਸਾਰ ਸਤਿਗੁਰਾਂ ਜੀ ਨੇ ਬਾਬਾ ਅਟਲ ਰਾਏ ਜੀ ਨੂੰ ਬੁਲਾਇਆ ਤੇ ਆਖਣ ਲੱਗੇ, ਪੁੱਤਰ ਤੈਨੂੰ ਪਹਿਲਾਂ ਵੀ ਕਈ ਵਾਰੀ ਸਮਝਾਇਆ ਕਿ ਇਸ ਤਰ੍ਹਾਂ ਦੇ ਕੰਮ ਨਹੀਂ ਕਰਨੇ, ਆ ਜੋ ਤੂੰ ਕਰ ਰਿਹਾ ਇਹ ਤੇ ਰੱਬ ਦੇ ਸ਼ਰੀਕ ਬਣਨ ਵਾਲੀ ਗੱਲ ਹੈ। ਜੋ ਰੱਬ ਕਰਦਾ ਹੈ ਉਹ ਠੀਕ ਕਰਦਾ ਹੈ, ਉਸ ਦੇ ਹੁਕਮ ਦੀ ਅਦੂਲੀ ਸਾਨੂੰ ਨਹੀਂ ਕਰਨੀ ਚਾਹੀਦੀ, ਪਰਮੇਸ਼ਰ ਦੇ ਭਾਣੇ ਦੀ ਅਵਗਿਆ ਨਹੀਂ ਕਰਨੀ ਚਾਹੀਦੀ। ਇਹ ਜੋ ਤੁਸੀਂ ਕੀਤਾ ਇਹ ਠੀਕ ਨਹੀਂ ਕੀਤਾ, ਜੋ ਵੀ ਕੀਤਾ ਇਹ ਗਲਤ ਕੀਤਾ। ਇਹ ਜਿਹੜੀ ਤੂੰ ਕਰਾਮਾਤ ਵਿਖਾਈ ਹੈ, ਹੁਣ ਜਾਂ ਤੇ ਤੁਸੀਂ ਰਹੋਗੇ
ਬੇਟਾ ਜਾਂ ਤੁਸੀਂ ਰਹੋਗੇ ਤੇ ਜਾਂ ਅਸੀਂ ਰਵਾਂਗੇ। ਤੇ ਪਿਆਰਿਓ, ਬਾਬਾ ਅਟਲ ਰਾਏ ਜੀ ਨੇ ਹੁਕਮ ਨੂੰ ਸਿਰ ਮੱਥੇ ਮੰਨਦਿਆਂ ਹੋਇਆਂ ਆਪ ਪਿਆਰਿਓ ਚਾਦਰ ਲੈ ਕੇ ਸੌਂ ਗਏ, ਪ੍ਰਾਣ ਤਿਆਗ ਦਿੱਤੇ। ਪ੍ਰਾਣ ਤਿਆਗ ਦਿੱਤੇ। ਜਿਸ ਵੇਲੇ ਇਸ ਗੱਲ ਦਾ ਪਿਆਰਿਓ ਗੁਰੂ ਹਰਗੋਬਿੰਦ ਮਹਾਰਾਜ ਜੀਆਂ ਨੂੰ ਪਤਾ ਚੱਲਿਆ ਕਿ ਬਾਬਾ ਅਟਲ ਰਾਏ ਨੇ ਚਾਦਰ ਲੈ ਕੇ ਪ੍ਰਾਣ ਤਿਆਗ ਦਿੱਤੇ ਨੇ, ਅੰਤਰਜਾਮੀ ਸਤਿਗੁਰੂ ਸਭ ਕੁਝ ਜਾਣਦੇ ਸਨ ਪਿਆਰਿਓ, ਤੇ ਸਤਿਗੁਰਾਂ ਨੇ ਉਸ ਵੇਲੇ ਵਰ ਬੜੇ ਦਿੱਤੇ। ਸਤਿਗੁਰਾਂ ਨੇ ਬਖਸ਼ਿਸ਼ਾਂ ਬੜੀਆਂ ਕੀਤੀਆਂ। ਬੇਟਾ ਅਟਲ ਰਾਏ ਤੋਂ ਕਹਿੰਦੇ ਜਿਹੜਾ ਇਹ ਕੰਮ ਕੀਤਾ ਹੈ, ਕਹਿੰਦੇ ਇਹ ਦੁਨੀਆ ਦੇ ਵਿੱਚ ਤੁਹਾਡਾ ਨਾਮ ਇਤਨਾ ਹੋਵੇਗਾ, ਤੁਹਾਡਾ ਦੁਨੀਆ ਦੇ ਵਿੱਚ ਮੁਰਾਤਬਾ ਇਤਨਾ ਉੱਚਾ ਹੋਵੇਗਾ, ਜਿਵੇਂ ਕਿਸੇ ਚੌਂਕੀ ਦੇ ਵਿੱਚ ਇੱਕ ਥਾਣੇਦਾਰ ਹੁੰਦਾ ਹੈ, ਉਸੇ ਤਰ੍ਹਾਂ ਤੁਹਾਡੇ ਮੰਦਰ ਜਿਹੜੇ ਨੇ ਇਹ ਸਭ ਤੋਂ ਉੱਚੇ ਹੋਣਗੇ। ਤੁਹਾਡੇ ਮੰਦਰ ਸਭ ਤੋਂ ਉੱਚੇ ਹੋਣਗੇ। ਤੇ ਜਿਹੜਾ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਇਆ ਕਰੇਗਾ, ਉਹਦੀ ਯਾਤਰਾ ਉਦੋਂ ਸਫਲ ਹੋਵੇਗੀ ਜਿਹੜਾ ਤੁਹਾਡੇ ਅਸਥਾਨ ਦੇ ਦਰਸ਼ਨ ਕਰੇਗਾ। ਤੇ ਪਿਆਰਿਓ, ਬੜੀਆਂ ਹੀ ਬਖਸ਼ਿਸ਼ਾਂ ਹਨ ਬਾਬਾ ਅਟਲ ਰਾਏ ਜੀਆਂ ਦੇ ਅਸਥਾਨ ਤੇ। ਇਹ ਵਾਕ ਤੇ ਬੜਾ ਪ੍ਰਚਲਿਤ ਹੋ ਗਿਆ ਨਾ, ਬਾਬਾ ਟਲ ਪੱਕੀਆਂ ਪਕਾਈਆਂ ਘੱਲ। ਬਾਬਾ ਟਲ ਪੱਕੀਆਂ ਪਕਾਈਆਂ ਘੱਲ। ਅਜੇ ਵੀ ਕਿਤੇ ਜਾ ਕੇ ਤੁਸੀਂ ਵੇਖਿਓ ਪਿਆਰਿਓ, ਬਹੁਤ ਸਾਰੇ ਗਰੀਬ ਜਿਹੜੇ ਆ ਕਰਕੇ ਉੱਥੇ ਲੰਗਰ ਪ੍ਰਸ਼ਾਦਾ ਛਕਦੇ ਨੇ। ਕਨਾਤਾਂ ਲੱਗੀਆਂ ਹੁੰਦੀਆਂ ਨੇ ਪਿਆਰਿਓ, ਬੜਾ ਸੁੰਦਰ। ਸਾਰੇ ਹੀ ਲੋਕ ਆ ਕਰਕੇ ਉੱਥੇ ਲੰਗਰ ਘਰਾਂ ਤੋਂ ਪ੍ਰਸ਼ਾਦਾ ਤਿਆਰ ਬਣਾ ਕਰਕੇ ਤੇ ਆ ਕਰਕੇ ਉੱਥੇ ਜਿਹੜੇ ਸਾਧੂ ਲੋਕ ਨੇ, ਹੋਰ ਲੋਕ ਨੇ, ਉਹ ਪੰਗਤਾਂ ਦੇ ਵਿੱਚ ਬੈਠ ਕਰਕੇ ਪ੍ਰਸ਼ਾਦਾ ਛਕਦੇ ਨੇ। ਪੰਗਤਾਂ ਦੇ ਵਿੱਚ ਬੈਠ ਕੇ ਪੰਗਤਾਂ ਲਾ ਕਰਕੇ ਪ੍ਰਸ਼ਾਦਾ ਛਕਦੇ ਨੇ। ਸੱਚਮੁੱਚ ਬਾਬਾ ਅਟਲ ਜੀ ਦਾ ਜੋ ਅਸਥਾਨ ਹੈ, ਗੁਰਦੁਆਰਾ ਹੈ ਪਿਆਰਿਓ, ਜਿੰਨੀਆਂ ਵੀ ਸੰਗਤਾਂ ਜਾਂਦੀਆਂ ਨੇ ਪਿਆਰਿਓ, ਇਹ ਧਿਆਨ ਗੋਚਰੇ ਆਪ ਜੀ ਦੇ ਸਤਿਗੁਰਾਂ ਦੀ ਮੁਬਾਰਕ ਬਚਨ ਹਨ। ਯਾਤਰਾ ਉਸ ਦੀ ਉਦੋਂ ਸਫਲ ਹੋਵੇਗੀ ਜਿਹੜਾ ਬਾਬਾ ਅਟਲ ਰਾਏ ਦੇ ਅਸਥਾਨ 'ਤੇ ਜਾ ਕੇ ਦਰਸ਼ਨ ਕਰੇਗਾ। ਪਿਆਰਿਓ, ਜਦੋਂ ਬਾਬਾ ਅਟਲ ਰਾਏ ਜੀ ਨੇ ਆਪਣੇ ਪ੍ਰਾਣ ਤਿਆਗ ਦਿੱਤੇ ਤੇ ਉਸ ਵੇਲੇ ਬਹੁਤ ਸਾਰੇ ਜਿਤਨੇ ਵੀ ਸਾਧ ਸੰਗਤ ਸੀ, ਜਿਨ੍ਹਾਂ ਨੂੰ ਪਤਾ ਲੱਗਦਾ ਸੀ, ਉਹ ਗੁਰੂ ਹਰਗੋਬਿੰਦ ਮਹਾਰਾਜ ਜੀਆਂ ਦੇ ਕੋਲ ਆਉਂਦੇ ਸਨ, ਅਫਸੋਸ ਵਾਸਤੇ ਗੱਲਬਾਤ ਕਰਦੇ ਸਨ। ਤੇ ਉਹਨਾਂ ਦੇ ਵਿੱਚੋਂ ਪਿਆਰਿਓ ਇੱਕ ਵਾਰੀ ਸਾਈਂ ਦਾਸ ਜੀ ਆਏ, ਜਿਹੜੇ ਰਿਸ਼ਤੇਦਾਰੀ ਦੇ ਵਿੱਚ ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀਆਂ ਦੇ ਆਪਣੇ ਸਾਂਢੂ ਸਨ। ਰਿਸ਼ਤੇਦਾਰੀ ਦੇ ਵਿੱਚ ਸਾਂਢੂ ਸਨ ਤੇ ਗੁਰੂ ਹਰਗੋਬਿੰਦ ਮਹਾਰਾਜ ਜੀਆਂ ਨੂੰ ਬੈਠਿਆਂ ਵੇਖ ਕੇ ਸੰਗਤਾਂ ਨੂੰ ਪ੍ਰਵਚਨ ਕਰ ਰਹੇ ਨੇ। ਤੇ ਸਾਈਂ ਦਾਸ ਨੇ ਮਹਿਸੂਸ ਕੀਤਾ ਕਿ ਗੁਰੂ ਹਰਗੋਬਿੰਦ ਮਹਾਰਾਜ ਜੀਆਂ ਦੇ ਬਿਲਕੁਲ ਇਵੇਂ ਮਹਿਸੂਸ ਹੁੰਦਾ ਹੈ ਕਿ ਜਿਵੇਂ ਕੋਈ ਅਸਰ ਹੀ ਨਾ ਹੋਇਆ ਹੋਵੇ। ਇਹਨਾਂ ਦੇ ਪੁੱਤਰ ਚੜ੍ਹਾਈ ਕਰ ਗਏ ਨੇ, ਜਿਨ੍ਹਾਂ ਨੇ ਪ੍ਰਾਣ ਤਿਆਗ ਦਿੱਤੇ। ਤੇ ਵੇਖੋ, ਗੁਰੂ ਹਰਗੋਬਿੰਦ ਮਹਾਰਾਜ ਜੀਆਂ ਨੂੰ ਸਵਾਲ ਕੀਤਾ ਸਾਈਂ ਦਾਸ ਜੀਆਂ ਨੇ। ਪਿਆਰਿਓ, ਸਾਈਂ ਦਾਸ ਜੀ ਹੋਣਾ ਸਵਾਲ ਕੀਤਾ, ਮੇਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀਆਂ ਨੂੰ, ਮਹਾਰਾਜ ਬਾਬਾ ਅਟਲ ਰਾਏ ਵਾਸਤੇ, ਕਿ ਉਹਨਾਂ ਨੇ ਤੇ ਆਪਣੇ ਪ੍ਰਾਣ ਤਿਆਗ ਦਿੱਤੇ, ਉਹਨਾਂ ਨੇ ਆਪਣੇ ਪ੍ਰਾਣ ਤਿਆਗ ਦਿੱਤੇ। ਇਵੇਂ ਮੈਨੂੰ ਮਹਿਸੂਸ ਹੁੰਦਾ ਹੈ ਕਿ ਜਿਵੇਂ ਤੁਹਾਨੂੰ ਕੋਈ ਮਹਿਸੂਸ ਹੀ ਨਾ ਹੋਇਆ ਹੋਵੇ। ਤੇ ਉਸ ਵੇਲੇ ਸਾਈਂ ਦਾਸ ਜੀਆਂ ਨੂੰ ਸਮਝਾਉਣ ਵਾਸਤੇ ਧੰਨ ਗੁਰੂ ਹਰਗੋਬਿੰਦ ਮਹਾਰਾਜ ਮੇਰੀ ਪੀਰੀ ਦੇ ਮਾਲਕ ਸਤਿਗੁਰਾਂ ਨੇ ਪਿਆਰਿਓ ਸਾਈਂ ਦਾਸ ਨੂੰ ਇਹ ਗੱਲ ਆਖੀ, ਸਾਈਂ ਦਾਸ ਤੁਸੀਂ ਇੱਕ ਲਕੀਰ ਖਿੱਚੋ। ਜਿਸ ਵੇਲੇ ਸਾਈਂ ਦਾਸ ਨੇ ਥੱਲੇ ਪਿਆਰਿਓ ਮਿੱਟੀ ਤੇ ਲਕੀਰ ਖਿੱਚੀ, ਤੇ ਫਿਰ ਸਾਈਂ ਦਾਸ ਨੂੰ ਮੇਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਮਹਾਰਾਜ ਕਹਿੰਦੇ, ਸਾਈਂ ਦਾਸ ਇਸ ਲਕੀਰ ਨੂੰ ਹੁਣ ਮਿਟਾ ਦੇਵੋ, ਇਸ ਲਕੀਰ ਨੂੰ ਹੁਣ ਮਿਟਾ ਦੇਵੋ। ਜਿਸ ਵੇਲੇ ਲਕੀਰ ਮਿਟਾ ਦਿੱਤੀ ਤੇ ਉਸ ਵੇਲੇ ਧੰਨ ਗੁਰੂ ਹਰਗੋਬਿੰਦ ਮਹਾਰਾਜ ਆਖਣ ਲੱਗੇ ਸਾਈਂ ਦਾਸ ਨੂੰ, ਸਾਈਂ ਦਾਸ ਜੀ ਸਾਨੂੰ ਇਹ ਦੱਸਣਾ ਕਰੋ, ਜਦੋਂ ਤੁਸੀਂ ਲਕੀਰ ਖਿੱਚੀ ਸੀ ਤੇ ਤੁਹਾਨੂੰ ਕੋਈ ਖੁਸ਼ੀ ਹੋਈ? ਮਹਾਰਾਜ, ਤੁਹਾਡਾ ਹੁਕਮ ਮੰਨ ਕੇ ਮੈਂ ਲਕੀਰ ਖਿੱਚੀ ਸੀ, ਤੁਹਾਡਾ ਹੁਕਮ ਮੰਨ ਕੇ ਲਕੀਰ ਖਿੱਚੀ। ਫਿਰ ਕਹਿੰਦੇ ਸਤਿਗੁਰਾਂ ਨੇ ਆਖਿਆ ਇਹ ਲਕੀਰ ਨੂੰ ਜਦੋਂ ਮਿਟਾ ਦੇ, ਤੈਨੂੰ ਮਿਟਾਉਣ ਦਾ ਕੋਈ ਅਫਸੋਸ ਹੋਇਆ?
ਕਹਿੰਦੇ ਨਹੀਂ ਮਹਾਰਾਜ, ਤੁਹਾਡੇ ਹੁਕਮ ਅਨੁਸਾਰ ਹੀ ਲਕੀਰ ਖਿੱਚੀ ਸੀ ਤੇ ਤੁਹਾਡੇ ਹੁਕਮ ਅਨੁਸਾਰ ਹੀ ਮੈਂ ਲਕੀਰ ਮਿਟਾ ਦਿੱਤੀ ਹੈ। ਇਸ ਵਿੱਚ ਅਫਸੋਸ ਕਾਹਦਾ, ਮਿੱਟੀ ਦੇ ਵਿੱਚ ਲਕੀਰ ਖਿੱਚੀ ਸੀ। ਤੇ ਧੰਨ ਗੁਰੂ ਹਰਗੋਬਿੰਦ ਮਹਾਰਾਜ ਮੇਰੀ ਪੀਰੀ ਦੇ ਮਾਲਕ ਆਖਣ ਲੱਗੇ, ਸਾਈਂ ਦਾਸ ਬਾਬਾ ਅਟਲ ਰਾਏ ਦੀ, ਸਾਡੇ ਸੁਪੁੱਤਰ ਬਾਬਾ ਅਟਲ ਰਾਏ ਦੀ ਜਿਤਨੀ ਉਮਰ ਰੂਪੀ ਲਕੀਰ ਖੁੱਚੀ ਹੋਈ ਸੀ, ਉਸ ਵਾਹਿਗੁਰੂ ਨੇ ਉਹ ਆਪਣੀ ਆਰਬਲਾ ਨੂੰ ਭੋਗ ਕੇ ਪ੍ਰਭੂ ਨੂੰ ਪਿਆਰੇ ਹੋਏ ਨੇ, ਪ੍ਰਭੂ ਦੇ ਕੋਲ ਚਲੇ ਗਏ ਨੇ। ਤੇ ਫਿਰ ਸਾਨੂੰ ਅਫਸੋਸ ਕਾਹਦਾ, ਜਿਵੇਂ ਤੂੰ ਲਕੀਰ ਖਿੱਚੀ ਤੇ ਤੂੰ ਲਕੀਰ ਮਿਟਾਈ, ਤੈਨੂੰ ਨਾ ਲਕੀਰ ਖਿੱਚਣ ਦੀ ਕੋਈ ਖੁਸ਼ੀ ਹੋਈ ਤੇ ਨਾ ਲਕੀਰ ਮਿਟਾਉਣ ਦਾ ਕੋਈ ਅਫਸੋਸ ਹੋਇਆ। ਜਿਤਨੀ ਕੁ ਉਮਰਾ ਰੂਪੀ ਲਕੀਰ ਉਸ ਵਾਹਿਗੁਰੂ ਨੇ ਬਖਸ਼ਿਸ਼ ਕੀਤੀ ਹੈ, ਉਤਨੀ ਕੁ ਭੋਗ ਕੇ ਮਨੁੱਖ ਚਲਿਆ ਜਾਂਦਾ। ਪਿਆਰੇ ਸਵਾਮੀ ਇਕਰਾਮ ਤੀਰਥ ਜੀ ਹੋਏ ਨੇ, ਉਹਨਾਂ ਦੇ ਕੋਲ ਬਹੁਤ ਸਾਰੇ ਉਹਨਾਂ ਦੇ ਸ਼ਿਸ਼ ਪੜ੍ਹਿਆ ਕਰਦੇ ਸਨ, ਬਹੁਤ ਸਾਰੇ ਸ਼ਿਸ਼ ਉਹਨਾਂ ਦੇ ਪੜ੍ਹਿਆ ਕਰਦੇ ਸਨ। ਉਹਨਾਂ ਨੇ ਇੱਕ ਵਾਰੀ ਆਪਣੇ ਸਾਰੇ ਸਟੂਡੈਂਟਾਂ ਨੂੰ, ਸਾਰੇ ਵਿਦਿਆਰਥੀਆਂ ਨੂੰ ਇੱਕ ਸਵਾਲ ਕੀਤਾ। ਸਵਾਲ ਕੀ ਸੀ? ਆਖਣ ਲੱਗੇ, ਪਿਆਰਿਓ, ਬੋਰਡ ਦੇ ਉੱਤੇ ਇੱਕ ਲਕੀਰ ਖਿੱਚ ਦਿੱਤੀ, ਬੋਰਡ ਦੇ ਉੱਤੇ ਇੱਕ ਲਕੀਰ ਖਿੱਚ ਦਿੱਤੀ ਤੇ ਸਾਰੇ ਵਿਦਿਆਰਥੀਆਂ ਨੂੰ ਇਹ ਗੱਲ ਆਖੀ ਕਿ ਇਸ ਲਕੀਰ ਨੂੰ ਮਿਟਾਉਣਾ ਕੋਈ ਨਹੀਂ ਤੇ ਇਹ ਲਕੀਰ ਛੋਟੀ ਵੀ ਹੋ ਜਾਵੇ। ਹੁਣ ਸਾਰੇ ਵਿਦਿਆਰਥੀ ਜਿਤਨੇ ਸਨ, ਸਟੂਡੈਂਟ ਜਿਤਨੇ ਸਨ ਪਿਆਰੂ, ਸਾਰੇ ਅਚੰਭੇ ਦੇ ਵਿੱਚ ਹੋ ਜਾਂਦੇ ਨੇ। ਅਸੀਂ ਵੀ ਜਦ ਇਹ ਗੱਲ ਸੁਣਾਂਗੇ ਅਚੰਭਾ ਹੋਵੇਗਾ, ਲਕੀਰ ਮਿਟਾਉਣ ਤੋਂ ਬਿਨਾਂ ਛੋਟੀ ਕਿਵੇਂ ਹੋਵੇਗੀ, ਲਕੀਰ ਮਿਟਾਉਣ ਤੋਂ ਬਿਨਾਂ ਛੋਟੀ ਕਿਵੇਂ ਹੋਵੇਗੀ। ਤੇ ਇੱਕ ਬੜਾ ਚਤੁਰ ਵਿਦਿਆਰਥੀ ਸੀ, ਆਪਣੇ ਆਪ ਨੂੰ ਬੜੀ ਤੀਖਣ ਬੁੱਧੀ ਵਾਲਾ, ਬਹੁਤ ਬੁੱਧੀਮਾਨ ਸਮਝਦਾ ਸੀ, ਬੜਾ ਚਲਾਕ ਸਮਝਦਾ ਸੀ। ਉਹ ਉੱਠਿਆ ਤੇ ਉਸੇ ਵੇਲੇ ਕੱਪੜਾ ਲੈ ਕੇ ਬੋਰਡ ਵੱਲ ਚੱਲਿਆ, ਬੋਰਡ ਵੱਲ ਚੱਲਿਆ ਤੇ ਉਸ ਲਕੀਰ ਨੂੰ ਮਿਟਾਉਣ ਲੱਗਾ। ਤੇ ਉਸ ਵੇਲੇ ਸਵਾਮੀ ਰਾਮ ਤੀਰਥ ਜੀ ਹੋਣਾ ਨੇ ਕਹਿੰਦੇ ਬਾਂਹ ਫੜ ਲਈ, ਕਹਿੰਦੇ ਕੀ ਕਰਨ ਲੱਗਾ, ਕੀ ਕਰਨ ਲੱਗਾ? ਕਹਿੰਦੇ ਗੁਰੂ ਜੀ ਮੈਂ ਇਸ ਨੂੰ ਮਿਟਾਉਣ ਲੱਗਾ। ਕਹਿੰਦੇ ਮਿਟਾਉਣੀ ਨਹੀਂ, ਤੁਹਾਨੂੰ ਪਹਿਲਾਂ ਵੀ ਇਹ ਗੱਲ ਆਖੀ ਹੈ ਕਿ ਇਹ ਲਕੀਰ ਛੋਟੀ ਹੋਵੇ, ਮਿਟਾਈ ਨਾ ਜਾਵੇ, ਛੋਟੀ ਹੋਵੇ ਪਰ ਮਿਟਾਈ ਨਾ ਜਾਵੇ। ਹੁਣ ਕਿਸ ਤਰੀਕੇ ਦੇ ਨਾਲ ਛੋਟੀ ਹੋਵੇਗੀ? ਜੇ ਮਿਟਾਈ ਨਾ ਜਾਵੇ ਤੇ ਛੋਟੀ ਕਿਸ ਤਰ੍ਹਾਂ ਹੋਵੇਗੀ? ਪਿਆਰਿਓ, ਸਾਰਿਆਂ ਦੀਆਂ ਨੀਵੀਆਂ ਪਈਆਂ ਹੋਈਆਂ ਸਨ। ਇੱਕ ਪ੍ਰਭੂ ਨੂੰ ਬੰਦਗੀ ਕਰਨ ਵਾਲਾ ਸਟੂਡੈਂਟ ਉੱਠਿਆ, ਬੱਚਾ ਉੱਠਿਆ, ਜਿਹੜਾ ਪਰਮੇਸ਼ਰ 'ਤੇ ਵਿਸ਼ਵਾਸ ਰੱਖਦਾ ਸੀ। ਉਹ ਉੱਠਿਆ, ਉਸਨੇ ਚਾਕ ਫੜਿਆ, ਉਸਨੇ ਚਾਕ ਫੜਿਆ ਤੇ ਇੱਕ ਲਕੀਰ ਉਸ ਤੋਂ ਵੱਡੀ ਖਿੱਚ ਦਿੱਤੀ। ਉਸ ਤੋਂ ਵੱਡੀ ਲਕੀਰ ਜਿਸ ਵੇਲੇ ਖਿੱਚ ਦਿੱਤੀ ਤੇ ਉਸੇ ਵੇਲੇ ਸਵਾਮੀ ਰਾਮ ਤੀਰਥ ਜੀ ਹੁਣਾਂ ਨੇ ਗੱਲ ਵਕੜੀ ਦੇ ਵਿੱਚ ਲੈ ਲਿਆ। ਕਹਿੰਦੇ ਬੇਟਾ, ਤੂੰ ਜਿਹੜਾ ਸਵਾਲ ਦਾ ਜਵਾਬ ਦਿੱਤਾ ਬਿਲਕੁਲ ਸਹੀ ਦਿੱਤਾ, ਬਿਲਕੁਲ ਸਹੀ ਦਿੱਤਾ। ਤੇ ਸਾਰੇ ਸਟੂਡੈਂਟ ਕਹਿਣ ਲੱਗੇ ਮਹਾਰਾਜ ਇਹ ਤੇ ਅਸੀਂ ਵੀ ਕਰ ਸਕਦੇ ਸੀ, ਗੁਰੂ ਜੀ ਇਹ ਤੇ ਅਸੀਂ ਵੀ ਕਰ ਸਕਦੇ ਸੀ। ਕਹਿੰਦੇ ਫਿਰ ਉੱਠੇ ਕਿਉਂ ਨਾ ਪਹਿਲਾਂ, ਉੱਠੇ ਕਿਉਂ ਨਾ ਪਹਿਲਾਂ? ਕਹਿੰਦੇ ਇਹਨਾਂ ਨੇ ਜਿਹੜੀ ਲਕੀਰ ਖਿੱਚੀ ਹੈ ਨਾ, ਜ਼ਿੰਦਗੀ ਦੇ ਵਿੱਚ ਜਿਤਨੀ ਕੁ ਮਨੁੱਖ ਦੀ ਲਕੀਰ ਖਿੱਚੀ ਹੋਈ ਹੈ, ਆਰਬਲਾ ਉਤਨੀ ਕੁ ਹੈ, ਆਰਬਲਾ ਉਤਨੀ ਕੁ ਹੈ। ਪਿਆਰੂ, ਦੂਸਰਾ ਪੱਖ ਇਹ ਵੀ ਹੈ ਕਿ ਜ਼ਿੰਦਗੀ ਦੇ ਵਿੱਚ ਜੇ ਤੁਸੀਂ ਕਾਮਯਾਬ ਹੋਣਾ ਤੇ ਕਿਸੇ ਦੀ ਜ਼ਿੰਦਗੀ ਰੂਪੀ ਲਕੀਰ ਨੂੰ ਮਿਟਾਉਣ ਦਾ ਯਤਨ ਨਾ ਕਰੋ, ਕਿਸੇ ਦੀ ਜ਼ਿੰਦਗੀ ਰੂਪੀ ਲਕੀਰ ਨੂੰ ਮਿਟਾਉਣ ਦਾ ਯਤਨ ਨਾ ਕਰੋ, ਕਿਸੇ ਦੀ ਹੋਂਦ ਨੂੰ ਖਤਮ ਕਰਨ ਦਾ ਯਤਨ ਨਾ ਕਰੋ। ਕਿਸੇ ਦੀ ਹੋਂਦ ਨੂੰ ਖਤਮ ਕਰਨ ਦਾ ਯਤਨ ਕਰੋਗੇ ਤੇ ਤੁਸੀਂ ਖੁਦ ਮਿਟ ਜਾਵੋਗੇ। ਕਈ ਵਾਰੀ ਅਸੀਂ ਕੀ ਕਰਦੇ ਹਾਂ, ਈਰਖਾ ਦੇ ਵਸ ਹੋ ਕਰਕੇ, ਕਿਸੇ ਦੀ ਮਾਣ ਪ੍ਰਤਿਸ਼ਠਾ ਨੂੰ ਵੇਖ ਕੇ, ਕਿਸੇ ਦਾ ਰੁਤਬੇ ਨੂੰ ਵੇਖ ਕੇ, ਪਿਆਰ ਕੋ ਈਰਖਾ ਕਰਕੇ, ਚੁਗਲੀ ਲਾ ਕੇ ਜਾਂ ਕੋਈ ਨਾ ਕੋਈ ਗਲਤ ਕੰਮ ਕਰਕੇ ਅਸੀਂ ਕਹਿੰਦੇ ਉਸ ਤੋਂ ਅੱਗੇ ਆਉਣ ਦੀ ਕੋਸ਼ਿਸ਼ ਕਰਦੇ ਹਾਂ, ਅੱਗੇ ਨੂੰ ਆਉਣ ਦੀ ਕੋਸ਼ਿਸ਼ ਕਰਦੇ ਹਾਂ, ਉਸ ਦੀ ਜ਼ਿੰਦਗੀ ਰੂਪੀ ਲਕੀਰ ਨੂੰ ਮਿਟਾ ਕੇ। ਨਹੀਂ ਪਿਆਰਿਓ, ਇਹ ਕਦੇ ਵੀ ਨਹੀਂ ਸੋਚਣਾ ਕਿ ਦੂਸਰੇ ਦੀ ਜ਼ਿੰਦਗੀ ਰੂਪੀ ਲਕੀਰ ਨੂੰ ਮਿਟਾ ਕੇ, ਦੂਸਰੇ ਦੀ ਹਸਤੀ ਨੂੰ ਮਿਟਾ ਕੇ, ਦੂਸਰੇ ਨੂੰ ਖਤਮ ਕਰਕੇ ਤੇ ਅੱਗੇ ਵਧੀਏ। ਨਹੀਂ, ਇਹ ਨਹੀਂ। ਗੁਣਾਂ ਕਰਕੇ ਜੇ ਤੁਹਾਡੇ ਤੋਂ ਕੋਈ ਅੱਗੇ ਹੈ ਤੇ ਗੁਣ ਦੇ ਵਿੱਚ ਅੱਗੇ ਆਵੋ, ਗੁਣ ਦੇ ਵਿੱਚ ਅੱਗੇ ਆਵੋ। ਇਹ ਨਹੀਂ ਕਿ ਕਿਸੇ ਦੀ ਬਰਬਾਦੀ ਕਰਨ ਵਾਸਤੇ
ਬੁਰਾ ਕਰਕੇ ਅੱਗੇ ਤੇ ਤੁਸੀਂ ਆ ਜਾਵੋਗੇ। ਕੁਝ ਸਮੇਂ ਵਾਸਤੇ ਦੁਖਾਈ ਲੋਕਾਂ ਨੂੰ ਦੇਵੋਗੇ ਕਿ ਅਸੀਂ ਬੜੇ ਕਾਮਯਾਬ ਹਾਂ। ਇਸੇ ਤਰ੍ਹਾਂ ਹੀ ਮਹਿਸੂਸ ਪਿਆਰੇ ਹੁੰਦਾ ਮਨੁੱਖ ਕਿਸੇ ਦੀ ਬਰਬਾਦੀ ਕਰਕੇ, ਕਿਸੇ ਦਾ ਕੰਮ ਖਰਾਬ ਕਰਕੇ ਤੇ ਆਪ ਉੱਚਾ ਹੋ ਕੇ ਦੁਨੀਆ ਨੂੰ ਇਹ ਦਿਖਾ ਦਿੰਦਾ ਹੈ ਕਿ ਮੈਂ ਵੇਖੋ ਕਿੱਡਾ ਕਾਮਯਾਬ ਹਾਂ, ਮੈਂ ਵੇਖੋ ਕਿੱਡਾ ਕਾਮਯਾਬ ਹਾਂ। ਪਰ ਵੇਖੋ ਉਹ ਪਰਮੇਸ਼ਰ ਦੀ ਲਾਠੀ ਹੈ ਨਾ, ਜੋ ਉਹ ਜਦੋਂ ਵੱਜਦੀ ਆ ਨਾ ਤੇ ਕਾਮਯਾਬੀ ਕਿਧਰੇ ਦਿਖਾਈ ਨਹੀਂ ਦਿੰਦੀ। ਜਿਹੜੀ ਕਾਮਯਾਬੀ ਪਰਮੇਸ਼ਰ ਦਿੰਦਾ ਹੈ, ਗੁਣ ਜਿਹੜੇ ਪਰਮੇਸ਼ਰ ਦਿੰਦਾ ਹੈ, ਮਾਣ ਪ੍ਰਤਿਸ਼ਠਾ ਜਿਹੜੀ ਪਰਮੇਸ਼ਰ ਦਿੰਦਾ ਹੈ, ਵਡਿਆਈਆਂ ਜਿਹੜੀਆਂ ਵਾਹਿਗੁਰੂ ਦਿੰਦਾ ਹੈ, ਵੱਡੇ ਕੀਆਂ ਵਡਿਆਈਆਂ ਕਿਛ ਕਹਿਣ ਨਾ ਜਾਏ, ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਜਕ ਸਮਾਏ, ਸਾਈ ਕਾਰ ਕਮਾਵਣੀ ਤੁਰ ਛੋਡੀ ਤਿਨੈ ਪਾਏ, ਨਾਨਕ ਏਕੀ ਵਾਹਰੀ ਦੂਜੀ ਨਾਹੀ ਜਾਏ, ਸੋ ਕਰੇ ਜੇ ਤਿਸੇ ਰਜਾਏ। ਉਹ ਵਾਹਿਗੁਰੂ ਨੂੰ ਜੋ ਭਾਉਂਦਾ ਪਿਆਰਿਓ ਹੁੰਦਾ ਉਹੀ ਹੈ ਕਿ ਅਸੀਂ ਆਪਣੀਆਂ ਚਲਾਕੀਆਂ ਦੇ ਨਾਲ, ਆਪਣੇ ਕਿਸੇ ਭੈੜੇ ਕਰਮਾਂ ਦੇ ਨਾਲ ਜ਼ਿੰਦਗੀ ਦੇ ਵਿੱਚ ਮੁਰਾਤਬੇ ਦੀ ਪ੍ਰਾਪਤ ਸ਼ਾਇਦ ਕਰ ਲਵਾਂਗੇ, ਪਰ ਉਹ ਮੁਰਾਤਬੇ ਜਿਹੜੇ ਨਾ ਤੇ ਤੁਹਾਡੀ ਆਤਮਾ ਨੂੰ ਪਿਆਰੂ ਸੁੱਖ ਦੇਣਗੇ, ਕਿਉਂਕਿ ਅੰਤਰੇ ਆਤਮਾ ਤੁਹਾਨੂੰ ਪਤਾ ਹੋਵੇਗਾ ਮੈਂ ਕਿਸੇ ਦਾ ਬੁਰਾ ਕਰਕੇ ਮੁਰਾਤਬਾ ਹਾਸਲ ਕੀਤਾ। ਹੁੰਦਾ ਇਸੇ ਤਰ੍ਹਾਂ ਹੀ ਜਗਤ ਦੇ ਵਿੱਚ ਪਿਆਰਿਓ ਲੋਕ ਕਰਦੇ ਇਸੇ ਤਰ੍ਹਾਂ ਨੇ, ਕਿਸੇ ਦੀ ਮਾਣ ਪ੍ਰਤਿਸ਼ਠਾ ਨੂੰ ਖਤਮ ਕਰਕੇ, ਕਿਸੇ ਦੀ ਵਡਿਆਈ ਨੂੰ ਖਤਮ ਕਰਕੇ ਆਪ ਵਡਿਆਈਆਂ ਹਾਸਲ ਕਰਨੀਆਂ ਚਾਹੁੰਦੇ ਨੇ। ਵਡਿਆਈਆਂ ਵੀ ਪ੍ਰਾਪਤ ਹੋ ਜਾਂਦੀਆਂ ਨੇ, ਪਰ ਉਹ ਵਡਿਆਈਆਂ ਕੁਝ ਸਮੇਂ ਦੀਆਂ ਹੋਣਗੀਆਂ, ਬਹੁਤੇ ਸਮੇਂ ਦੀਆਂ ਨਹੀਂ ਹੋਣਗੀਆਂ, ਕਿਉਂਕਿ ਪ੍ਰਭੂ ਨੂੰ ਰਿਜ਼ਾ ਕੇ, ਪ੍ਰਭੂ ਨੂੰ ਖੁਸ਼ ਕਰਕੇ, ਪ੍ਰਭੂ ਤੋਂ ਪਿਆਰਿਓ ਗੁਣਾਂ ਦੀ ਪ੍ਰਾਪਤੀ ਕਰਕੇ ਜੋ ਵੀ ਅਸੀਂ ਲੈਣਾ ਚਾਹੁੰਦੇ ਹਾਂ, ਜੋ ਵੀ ਅਸੀਂ ਪ੍ਰਾਪਤ ਕਰਨਾ ਚਾਹੁੰਦੇ ਹਾਂ, ਜੇ ਤੇ ਸਿੱਧੇ ਤਰੀਕੇ ਦੇ ਨਾਲ ਕਰੇਗਾ ਤੇ ਵਾਹਿਗੁਰੂ ਖੁਸ਼ ਹੋਵੇਗਾ। ਜੇ ਕਿਧਰੇ ਅਸੀਂ ਪਿਆਰਿਓ ਪੁੱਠੇ ਤਰੀਕੇ ਦੇ ਨਾਲ ਕਰਾਂਗਾ, ਜਿਵੇਂ ਉਹ ਸਟੂਡੈਂਟ ਨੇ ਪਹਿਲਾ ਜਿਹੜਾ ਉੱਠਿਆ ਬਹੁਤ ਚਲਾਕ ਸੀ, ਉਸਨੇ ਕੀ ਕੀਤਾ, ਉਸਨੇ ਇਹ ਕੀਤਾ ਪੋਚਾ ਲਿਆ ਤੇ ਫੜ ਕੇ ਲਕੀਰ ਨੂੰ ਮਿਟਾਉਣ ਲੱਗਾ। ਉਸੇ ਵੇਲੇ ਸਵਾਮੀ ਰਾਮ ਤੀਰਥ ਜੀ ਉਹਨਾਂ ਨੇ ਬਾਂਹ ਫੜ ਲਈ, ਕਹਿੰਦੇ ਇਸ ਤਰੀਕੇ ਦੇ ਨਾਲ ਨਹੀਂ, ਲਕੀਰ ਨੂੰ ਮਿਟਾਉਣਾ ਨਹੀਂ ਆ, ਕਿਸੇ ਦੀ ਹਸਤੀ ਨੂੰ ਮਿਟਾਉਣਾ ਨਹੀਂ, ਦੂਸਰੇ ਦੀ ਹਸਤੀ ਨੂੰ ਮਿਟਾ ਕਰਕੇ ਨਹੀਂ। ਹਾਂ, ਜੇ ਤੂੰ ਗੁਨਾਹ ਕਰਕੇ, ਪ੍ਰਭੂ ਦੀ ਸਿਫਤੋ ਸਲਾਹ ਕਰਕੇ ਪ੍ਰਭੂ ਦੀਆਂ ਵਡਿਆਈਆਂ ਲਵੇਂਗਾ, ਬਰਾਬਰੀ ਕਰੇਗਾ ਤੇ ਵਾਹਿਗੁਰੂ ਤੇਰੇ ਤੇ ਖੁਸ਼ ਹੋਵੇਗਾ। ਪਿਆਰੂ ਆਪ ਜੀਆਂ ਨੇ ਸਾਖੀ ਜੋ ਸਰਵਣ ਕੀਤੀ ਬਾਬਾ ਅਟਲ ਰਾਏ ਦੀ, ਜਿਨ੍ਹਾਂ ਦੀ ਜਿਤਨੀ ਕੁ ਆਰਬਲਾ ਉਸ ਵਾਹਿਗੁਰੂ ਨੇ ਬਖਸ਼ਿਸ਼ ਕੀਤੀ ਸੀ, ਤੇ ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀਆਂ ਨੇ ਸਾਈਂ ਦਾਸ ਜੀ ਨੂੰ ਸਮਝਾਇਆ, ਸਾਈਂ ਦਾਸ ਜੀ ਜੇ ਤੁਹਾਨੂੰ ਲਕੀਰ ਖਿੱਚਣ ਦੇ ਵਿੱਚ, ਲਕੀਰ ਮਿਟਾਉਣ ਦੇ ਵਿੱਚ ਕੋਈ ਅਫਸੋਸ ਨਹੀਂ ਨਾ, ਤੇ ਇਸੇ ਤਰ੍ਹਾਂ ਹੀ ਸਾਨੂੰ ਵਾਹਿਗੁਰੂ ਨੇ ਜਿਹੜੀ ਜ਼ਿੰਦਗੀ ਰੂਪੀ ਜਿਤਨੇ ਕੁ ਸਵਾਸ ਬਖਸ਼ੇ ਨੇ, ਉਹ ਆਪ ਹੀ ਸਵਾਸ ਦਿੰਦਾ ਹੈ ਤੇ ਆਪੇ ਜਿੰਦ ਲੈਂਦਾ ਹੈ। ਉਹ ਜ਼ਿੰਦਗੀ ਰੂਪੀ ਲਕੀਰ ਆਪੇ ਖਿੱਚਦਾ ਹੈ ਤੇ ਆਪੇ ਮਿਟਾ ਦਿੰਦਾ। ਫਿਰ ਸਾਨੂੰ ਅਫਸੋਸ ਨਹੀਂ ਹੋਣਾ ਚਾਹੀਦਾ, ਹੁਕਮ ਰਜ਼ਾਈ ਦੇ ਹੁਕਮ ਵਿੱਚ ਚੱਲਣਾ ਚਾਹੀਦਾ ਹੈ। ਉਸ ਹੁਕਮ ਰਜ਼ਾਈ ਦੇ ਜਦੋਂ ਹੁਕਮ ਵਿੱਚ ਚੱਲਾਂਗੇ, ਵਾਹਿਗੁਰੂ ਦੇ ਹੁਕਮ ਦੇ ਵਿੱਚ ਪਿਆਰਿਓ ਚੱਲ ਕੇ, ਜਦੋਂ ਸਤਿਗੁਰੂ ਕਹਿੰਦੇ ਨੇ ਨਾ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹੇ ਨਾ ਕੋਈ। ਜਿਹੜਾ ਹੁਕਮ ਨੂੰ ਭਜ ਲਵੇਗਾ ਪਿਆਰਿਓ, ਉਹ ਕਦੇ ਹਉਮੈ ਦੀ ਗੱਲ ਨਹੀਂ ਕਰੇਗਾ, ਉਹ ਦੂਸਰੇ ਨੂੰ ਠੇਸ ਪਹੁੰਚਾਉਣ ਦੀ ਗੱਲ ਨਹੀਂ ਕਰੇਗਾ ਕਦੇ ਵੀ। ਵਾਹਿਗੁਰੂ ਦੇ ਹੁਕਮ ਦੇ ਵਿੱਚ ਚੱਲੀਏ ਪਿਆਰਿਓ, ਜਿਤਨੀ ਕੋਈ ਜ਼ਿੰਦਗੀ ਰੂਪੀ ਲਕੀਰ ਵਾਹਿਗੁਰੂ ਨੇ ਬਖਸ਼ਿਸ਼ ਕੀਤੀ ਹੈ, ਇਸ ਲਕੀਰ ਦੇ ਵਿੱਚ ਰਹਿੰਦਿਆਂ ਭਲਾ ਕਰਦਿਆਂ ਚਲੇ ਜਾਈਏ। ਕਿਸੇ ਦੀ ਲਕੀਰ ਨੂੰ ਮਿਟਾ ਕੇ ਆਪਣੀ ਲਕੀਰ ਵੱਡੀ ਨਾ ਕਰੀਏ। ਜੇ ਕਿਧਰੇ ਵੱਡੀ ਲਕੀਰ ਕਰ ਵੀ ਲਵਾਂਗੇ ਪਿਆਰਿਓ, ਪਰ ਉਹ ਵਾਹਿਗੁਰੂ ਜੀ ਨੂੰ ਨਹੀਂ ਭਾਵੇਗੀ। ਵਾਹਿਗੁਰੂ ਨੂੰ ਉਹੀ ਭਾਵੇਗੀ ਜੋ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੁੜ ਕਰਕੇ, ਵਾਹਿਗੁਰੂ ਕਰਕੇ, ਮੂਲ ਮੰਤਰ ਦਾ ਜਾਪ ਕਰਕੇ,
ਜਪਜੀ ਸਾਹਿਬ ਦਾ ਜਾਪ ਕਰਕੇ, ਸੁਖਮਨੀ ਸਾਹਿਬ ਦਾ ਜਾਪ ਕਰਕੇ, ਵਾਹਿਗੁਰੂ ਦੇ ਚਰਨਾਂ ਦੇ ਨਾਲ ਜੁੜ ਕੇ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀਆਂ ਦੇ ਨਾਲ ਜੁੜ ਕਰਕੇ ਜਦੋਂ ਪਿਆਰਿਓ ਅਸੀਂ ਉਸ ਬਖਸ਼ਿਸ਼ ਦੇ ਪਾਤਰ ਬਣਾਂਗੇ ਤੇ ਬਖਸ਼ਿਸ਼ਾਂ ਦੇ ਨਾਲ ਸਾਡਾ ਵਾਹਿਗੁਰੂ ਝੋਲੀਆਂ ਭਰ ਦੇਵੇਗਾ। ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨਾ। ਪਿਆਰਿਓ ਆਓ ਸਮੂਹ ਸਾਧ ਸੰਗਤ ਗੱਜ ਵੱਜ ਕੇ ਬੁਲਾਈਏ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।